ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਚਾਵਲ ਸਾਹਿਬ ਵੈਲਕਮ, ਗੁੱਡ ਮਾਰਨਿੰਗ। ਤੁਹਾਨੂੰ ਤੁਹਾਡੇ ਪ੍ਰੋਗਰਾਮ ਦੀਆਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦੇ ਨਾਲ ਜੀ ਆਇਆਂ ਨੂੰ। ਥੈਂਕ ਯੂ ਸੋ ਵੈਰੀ ਮਚ ਚਾਵਲਾ ਜੀ, ਤੁਹਾਨੂੰ ਤੇ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਫਸਟ ਆਫ ਆਲ ਵੈਰੀ ਗੁੱਡ ਮਾਰਨਿੰਗ ਜੀ। ਅੱਛਾ, ਜੇ ਗੱਲ ਕਰੀਏ ਆਪਾਂ ਕੁਝ ਖਬਰਾਂ ਦੀ, ਤੇ ਵੈਸੇ ਤਾਂ ਕਾਨੂੰਨ ਦਾ ਇਹ ਮਸਲਾ ਹੈ, ਪਰ ਬਰੈਂਪਟਨ ਦੇ ਵਿੱਚ ਜਿਵੇਂ ਹੱਕਾਂ ਵਾਸਤੇ ਇੰਡੀਆ ਦੇ ਵਿੱਚ ਰੈਲੀਆਂ ਹੁੰਦੀਆਂ ਸੀ, ਇੱਥੇ ਮਤਲਬ ਬੜੇ ਜੋਸ਼ ਖਰੋਸ਼ ਦੇ ਨਾਲ ਇੱਕ ਗਰੁੱਪ ਵੱਲੋਂ ਜਿਹੜਾ ਹੈ ਬੜੀ ਵੱਡੀ ਤਾਦਾਦ ਦੇ ਵਿੱਚ ਇੱਕ ਰੈਲੀ ਕੱਢੀ ਗਈ ਹੈ, ਔਰ ਬਕਾਇਦਾ ਉਹਨਾਂ ਨੇ ਨਿਯਮਾਂ ਨੂੰ ਫੋਲੋ ਕੀਤਾ। ਅਤੇ ਇਸ ਰੈਲੀ ਬਾਰੇ ਕਾਫੀ ਚਰਚਾ ਹੋ ਰਹੀ ਹੈ ਦੇਸ਼ ਵਿਦੇਸ਼ ਦੇ ਵਿੱਚ। ਕਿੱਥੇ ਬੜਾ ਮਤਲਬ ਇਸ ਚੀਜ਼ ਨੂੰ ਵਧੀਆ ਮੰਨਿਆ ਜਾਂਦਾ ਸੀ ਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਮਿਹਨਤ ਕਰਕੇ ਪੈਸੇ ਜਿਹੜੇ ਨੇ ਉਹ ਟਾਈਮ ਨਾਲ ਮਿਲ ਜਾਂਦੇ ਨੇ, ਅਤੇ ਕਿਤੇ ਨਾ ਕਿਤੇ ਇਹ ਵੀ ਹੁੰਦਾ ਕਿ ਤਾੜੀ ਦੋ ਹੱਥਾਂ ਨਾਲ ਵੀ ਵੱਜਦੀ ਹੈ। ਪਰ ਕਿਸੇ ਵੇਲੇ ਸਾਨੂੰ ਤਸਵੀਰ ਦਾ ਪਾਸਾ ਇੱਕ ਡਿਫਰੈਂਟ ਨਜ਼ਰ ਆਉਂਦਾ ਹੁੰਦਾ, ਦੂਜਾ ਡਿਫਰੈਂਟ ਹੁੰਦਾ। ਮੈਂ ਤੁਹਾਡਾ ਨਜ਼ਰੀਆ ਜਾਣਨਾ ਚਾਹੁੰਦਾ, ਕਿਉਂਕਿ ਇੱਕ ਕਾਨੂੰਨੀ ਮਸਲਾ ਵੀ ਹੈ, ਇਹ ਕਾਨੂੰਨ ਦੇ ਵਿੱਚ ਵੀ, ਇੱਕ ਕੋਰਟ ਦੇ ਵਿੱਚ ਵੀ ਹੈ ਕੇਸ, ਪਰ ਰੈਲੀ ਹੋਈ ਸਾਡਾ, ਕਿਉਂਕਿ ਇਹ ਫਰਜ਼ ਬਣਦਾ ਕਿ ਸਾਡੇ ਆਲੇ ਦੁਆਲੇ ਖਬਰ ਜਿਹੜੀ ਵਾਪਰੀ ਹੋਈ ਉਹ 'ਤੇ ਗੱਲ ਕਰੀਏ। ਹਾਂਜੀ ਹਾਂ ਬਿਲਕੁਲ ਜੀ ਚਾਵਲਾ ਜੀ, ਸਭ ਤੋਂ ਪਹਿਲਾਂ ਤੇ ਥੈਂਕ ਯੂ। ਕੱਲ ਵੀ ਆਪਣੇ ਅਰਸ਼ੋਨਾ ਨੇ ਇਸ ਬਾਰੇ ਗੱਲ ਕੀਤੀ ਸੀ, ਉਹ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਹੈ, ਕਿਉਂਕਿ ਆਪਾਂ ਸਾਰੇ ਆਏ ਹਾਂ ਜੀ ਬਹੁਤ ਦੂਰ ਚੱਲ ਕੇ, ਤੇ ਆਏ ਹਾਂ ਬੈਟਰ ਲਾਈਫ ਦੇ ਲਈ, ਆਏ ਹਾਂ ਕੁਝ ਨਵਾਂ ਜੀਵਨ ਦੇ ਵਿੱਚ ਕਰਨ ਦੇ ਲਈ, ਤੇ ਆਏ ਹਾਂ ਜ਼ਿੰਦਗੀ ਆਪਣੀ ਬੈਟਰ ਆਪਣੇ ਪਰਿਵਾਰ ਵਾਸਤੇ ਸਥਾਪਿਤ ਕਰਨ ਦੇ ਲਈ। ਤੇ ਉਹਦੇ ਤਹਿਤ ਫਿਰ ਆਪਾਂ ਨੂੰ ਨਾ ਜੀ ਵੀ ਇਹ ਸਮਝਣਾ ਪਏਗਾ ਵੀ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਡੀ ਕਮਿਊਨਿਟੀ ਦੇ ਵਿੱਚ ਆ ਰਹੀਆਂ, ਵੀ ਉਹਦੇ ਰੀਅਲ ਰੀਜ਼ਨਸ ਕੀ ਆ। ਬਜਾਏ ਇਸ ਤੇ ਕਿ ਅਸੀਂ ਸੁੱਤੇ ਉੱਠ ਕੇ ਆਈਏ ਕੋਈ ਇੱਥੇ ਪਹਿਲਾਂ ਆਸਾਂ ਲੈ ਕੇ ਬੜੀਆਂ ਮਾਤ ਕਿਤੇ ਚਾਵਾਂ ਦੇ ਨਾਲ ਉੱਥੋਂ ਤਰ੍ਹਾਂ ਦੀਆਂ ਅਰਦਾਸਾਂ ਤੇ ਨੀਂਦ ਨਹੀਂ ਆਉਂਦੀ ਜਦੋਂ ਵੀਜ਼ਾ ਲੱਗ ਜਾਵੇ, ਤੇ ਆ ਕੇ ਕੱਢੀਏ ਕਸੂਰ ਕੈਨੇਡਾ ਵਿੱਚ, ਬਜਾਏ ਇਹਦੇ ਆਪਣੇ ਵਿੱਚ ਕੋਈ ਕੱਢਣੀ ਹੈ ਹਨਾ, ਵੀ ਆਪਣੇ ਵਿੱਚ ਵੀ ਦੇਖੀਏ ਵੀ ਸਾਡੇ ਚ ਤਾਂ ਨਹੀਂ ਕਿਤੇ ਕੋਈ ਨੁਕਸ। ਹੁਣ ਤੁਸੀਂ ਦੇਖੋ ਵੀ ਰੋਸ ਦਿਖਾਵੇ ਕਿੱਥੇ ਹੋ ਰਹੇ ਆ। ਜਿਹੜੇ ਲੋਕ ਪਹਿਲਾਂ ਕੈਨੇਡਾ ਚ ਆਏ ਸੀ, ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ, ਬਾਹਰੋਂ ਪੰਜਾਬ ਤੋਂ ਨਾ, ਉਹੀ ਪੰਜਾਬੀ ਇੰਪਲੋਇਰ ਆ ਸਾਡੇ, ਇਹ ਚ ਕੋਈ ਝੂਠ ਕੋਈ ਮਨਘੜਤ ਦੀ ਗੱਲ ਹੈ ਹੀ ਨਹੀਂ, ਪ੍ਰਤੱਖ ਕੰਧ ਤੇ ਲਿਖਿਆ। ਪੰਜਾਬੀ ਸਾਰੇ ਉਹ ਵਰਕਰ ਹੈ ਜਿਹੜੇ ਕਿ ਡੈਮੋਨਸਟ੍ਰੇਸ਼ਨ ਕਰ ਰਹੇ ਆ। ਮੈਂ ਦੇਖਣਾ ਚਾਹੁੰਦਾ ਵੀ ਕੈਨੇਡਾ ਦਾ ਕਸੂਰ ਕਿੱਥੇ ਆ। ਕੈਨੇਡਾ ਨੇ ਤਾਂ ਆਪਰਚੁਨਿਟੀ ਦੇ ਦਿੱਤੀ, ਉਸ ਆਪਰਚੁਨਿਟੀ ਨੂੰ ਲੈ ਕੇ ਜੀ ਗਾਂਹ ਤੋਂ ਗਾਂਹ ਅਸੀਂ ਜਾਣੀ ਏਦਾਂ ਦੇ ਰਿਜ਼ਲਟ ਕੱਢ ਰਹੇ ਹਾਂ ਵੀ ਜੇ ਕਿਤੇ ਧੂੰਆਂ ਹੈਗਾ ਫਿਰ ਅੱਗ ਵੀ ਤੇ ਹੋਏਗੀ ਨਾ। ਸੋ ਇਸ ਕਰਕੇ ਉਸ ਧੂਏ ਨੂੰ, ਉਸ ਅੱਗ ਨੂੰ, ਉਹਨਾਂ ਦੇ ਕਾਰਨਾਂ ਨੂੰ ਪਛਾਣੀਏ, ਉੱਥੋਂ ਉਸ ਅੱਗ ਨੂੰ ਜਿੰਨਾ ਚਿਰ ਅਸੀਂ ਲਾਲਚ ਦੀ ਨੂੰ, ਲਾਲਸਾ ਦੀ ਨੂੰ ਨਹੀਂ ਬੁਝਾਉਂਦੇ, ਉਹਨਾਂ ਚਿਰ ਇਹ ਸਮੱਸਿਆਵਾਂ ਕਾਬੂ ਹੇਠ ਨਹੀਂ ਆਉਣੀਆਂ। ਅਸੀਂ ਕੈਨੇਡਾ 'ਚ ਕਸੂਰ ਕੱਢੀ ਜਾਈਏ, ਅਸੀਂ ਓਨਟਾਰੀਓ 'ਚ ਕਸੂਰ ਕੱਢੀ ਜਾਈਏ, ਅਸੀਂ ਪ੍ਰਧਾਨ ਮੰਤਰੀ ਦੀ ਆਲੋਚਨਾ ਕਰੀ ਜਾਈਏ, ਉਹ ਸਭ ਕੁਝ ਵੀ ਠੀਕ ਹੈ, ਇੰਨੀਆਂ ਸਮਰੱਥਾਵਾਂ ਸਾਡੇ 'ਚ ਹੋਣੀਆਂ ਚਾਹੀਦੀਆਂ, ਇੰਨੇ ਸਿਆਣੇ ਅਸੀਂ ਹੋਈਏ, ਬੁੱਧੀਮਾਨ ਹਨਾ। ਪਰ ਇਹਦੇ ਨਾਲ ਨਾਲ ਅਸੀਂ ਸ਼ੁਰੂ ਹੋਈਏ ਆਪਣੇ ਘਰ ਤੋਂ। ਜੇ ਕੈਨੇਡਾ ਨੇ ਸਾਨੂੰ ਪੈਰ ਲਗਾਉਣ ਲਈ ਆਪਰਚੁਨਿਟੀ ਦਿੱਤੀ ਆ, ਕਿ ਅਸੀਂ ਹਨਾ ਕਾਮਨ ਸੈਂਸ ਯੂਜ਼ ਕਰਕੇ ਉਸ ਤਰ੍ਹਾਂ ਦੇ ਡਿਸੀਜਨਸ ਬਣਾਏ ਆ, ਵਾਕਈ ਸਾਡਾ ਜਿਹੜਾ ਜ਼ਿੰਦਗੀ ਆ ਉਹ ਸਵਰਗ ਹੋਵੇ। ਸਵਰਗ ਜੇ ਅਸੀਂ ਹੁਣ ਨਾ ਕਿਸੇ ਵੱਡੀ ਕੋਠੀ ਦਾ, ਮਹਿੰਗੀਆਂ ਕਾਰਾਂ ਦਾ, ਕਾਫਲਿਆਂ ਦਾ, ਵਸਤਰਾਂ ਦਾ ਰੱਖਿਆ, ਉਹ ਤੇ ਗੱਲ ਵੱਖਰੀ ਹੈ, ਪਰ ਮਨ ਦੀ ਅਵਸਥਾ ਦਾ ਸਵਰਗ ਕੋਈ ਹੋਰ ਆ। ਉਹ ਸਿਰਜਣਾ ਇਸ ਮੁਲਕ ਦੇ ਵਿੱਚ ਸੰਭਵ ਆ। ਤੇ ਜਿਹੜਾ ਵਿਅਕਤੀ ਇੱਥੇ ਨਵਾਂ ਸਮਾਨ, ਨਵੇਂ ਕੱਪੜੇ, ਪਰ ਪੁਰਾਣੀ ਬੁੱਧੀ ਲੈ ਕੇ ਆਪਣੇ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕਰੇਗਾ, ਨਰਕ ਉਹ ਆਪਣੇ ਲਈ ਵੀ ਸਿਰਜੇਗਾ ਤੇ ਹੋਰਨਾਂ ਲਈ। ਤੇ ਇਹ ਡੈਮੋਨਸਟ੍ਰੇਸ਼ਨ ਉਸ ਸਿਰਜੇ ਹੋਏ ਨਰਕ ਦੀ ਨਿਸ਼ਾਨੀ ਹੈ। ਸੋ ਆਓ ਅਸੀਂ ਇਹਦੇ ਕਾਰਨਾਂ ਨੂੰ ਸਮਝੀਏ। ਕੈਨੇਡਾ ਚ, ਓਨਟਾਰੀਓ ਚ ਨੁਕਸ ਫੇਰ ਕੱਢ ਲਵਾਂਗੇ, ਪਹਿਲਾਂ ਆਪਣੇ ਕੱਢੀਏ ਜੀ ਜੀ ਜੀ। ਸੋ ਆਪਣੇ ਅਸੀਂ ਨੁਕਸ ਕੱਢ ਕੇ ਜਦੋਂ ਸਾਫ਼ ਸੁਥਰੇ ਸਿੱਧੇ ਹੋ ਗਏ, ਮੈਨੂੰ 100% ਕਿ ਓਨਟਾਰੀਓ ਵੀ ਠੀਕ ਹੈ, ਕੈਨੇਡਾ ਵੀ ਠੀਕ ਹੈ, ਇੱਥੇ ਅਸੀਂ ਬੜੇ ਵਧੀਆ ਚੰਗੇ ਤਰੀਕੇ ਨਾਲ ਰੂਲ ਫੋਲੋ ਕਰਨ ਵਾਲੀ ਕਮਿਊਨਿਟੀ ਲੋਕ ਬਣ ਜਾਈਏ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਜੀ। ਸੋ ਇਹ ਡੈਮੋਨਸਟ੍ਰੇਸ਼ਨ ਕਰਨ ਵਾਲੇ ਭੈਣ ਭਰਾਵਾਂ ਦੇ ਨਾਲ ਸਾਡੀ ਹਮਦਰਦੀ ਹੈ, ਕਿਉਂਕਿ ਅਕਸਰ ਕੋਈ ਗੱਲ ਉਹਨਾਂ ਦੇ ਨਾਲ ਕਿਸੇ ਦਾ ਦਿਲ ਨਹੀਂ ਕਰਦਾ, ਵੀਕਐਂਡ ਆ ਉਹਦੇ ਕੋਲ, ਤੇ ਉਹ 100 ਬੰਦਾ ਇਕੱਠਾ ਕਰਕੇ ਤੇ ਬੈਨਰ ਚੁੱਕ ਕੇ ਤੇ ਕਿਸੇ ਦੇ ਘਰ ਦੇ ਮੂਹਰੇ ਜਾ ਕੇ ਖੜ ਜਾਵੇ ਹਨਾ। ਬਿਲਕੁਲ ਬਿਲਕੁਲ, ਇਹ ਵੀ ਨਹੀਂ ਕਰਦਾ। ਉਹ ਦੱਸ ਰਿਹਾ ਕਿ ਸਾਡੇ ਕੋਲ ਜੱਜਮੈਂਟਸ ਆ, ਸਾਡੇ ਕੋਲ ਜੱਜਮੈਂਟਸ ਆ, ਤੇ ਸਾਡੀ ਸੁਣਵਾਈ ਕਿਤੇ ਹੋਈ ਨਹੀਂ ਸੀ ਜੀ। ਉਧਰ ਸਰਕਾਰ ਵੱਲ ਕੋਵਿਡ ਦਾ ਬਹਾਨਾ ਹੈ। ਕੱਲ ਪ੍ਰਾਇਮਰੀ ਸਰਕਾਰੀਆਂ ਨਾਲ ਵੀ ਮੇਰਾ ਸੀਗਾ, ਇਹਦੇ ਬਾਰੇ ਕਮਿਊਨੀਕੇਸ਼ਨ ਹੋਇਆ, ਸਿਚੁਏਸ਼ਨ ਹੈ, ਉਹ ਲੇਬਰ ਮਿਨਿਸਟਰੀ ਤੱਕ ਵੀ ਚਲੋ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਕਿਸ ਤਰ੍ਹਾਂ ਇਹਨੂੰ ਰਿਜ਼ੋਲਵ ਕੀਤਾ ਜਾ ਸਕਦਾ। ਪਰ ਪੁਲਿਸਾਂ ਨੇ, ਕਾਨੂੰਨਾਂ ਨੇ, ਤੇ ਇੰਸਪੈਕਟਰਾਂ ਨੇ ਹਰ ਇੱਕ ਦੇ ਦਫ਼ਤਰ ਤੇ, ਹਰ ਇੱਕ ਦੀ ਕੰਪਨੀ ਦੇ ਵਿੱਚ ਤੇ ਹਰ ਇੱਕ ਦੇ ਘਰੇ ਆ ਕੇ ਨਹੀਂ ਬਹਿ ਜਾਣਾ ਜਿੰਨਾ ਚਿਰ ਸਾਡਾ ਦਿਮਾਗ ਖਰਾਬ ਆ। ਬਿਲਕੁਲ, ਜੇ ਸਾਡਾ ਦਿਮਾਗ ਨਹੀਂ ਨਾ ਠੀਕ, ਤੇ ਅਸੀਂ ਮੰਗਲ ਤੇ, ਚੰਦ ਗ੍ਰਹਿ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ
ਟੈਚੀ ਤੋਂ ਤੁਰ ਪਈਏ, ਹਾਲ ਸਾਡਾ ਉਹੀ ਰਹੂਗਾ, ਬੇੜਾ ਸਾਡਾ ਗਰਕ ਰਹੂਗਾ। ਅਸੀਂ ਬੇੜਾ ਆਪਾਂ ਤਾਰਨਾ ਚਾਹੁੰਦੇ ਆ ਤੇ ਸਿੱਧਾ ਹੋਣਾ ਪਏਗਾ ਜੀ, ਡੈਫੀਨੇਟਲੀ। ਔਰ ਮੈਨੂੰ ਤੁਹਾਡੀ ਆਵਾਜ਼ ਦੇ ਵਿੱਚ ਦਰਦ ਤੇ ਭਾਵੁਕਤਾ ਵੀ ਦਿਖਾਈ ਦੇ ਰਹੀ ਹੈ। ਔਰ ਗੱਲ ਇਹ ਹੈ ਕਿ ਅਸੀਂ ਕੈਨੇਡਾ ਦਾ ਕਸੂਰ ਕੱਢਣ ਦੀ ਬਜਾਏ ਆਪਣੇ ਆਲੇ ਦੁਆਲੇ ਵੀ ਵੇਖੀਏ ਕਿ ਜੇ ਸਾਡੇ ਕੋਲ ਕੋਈ ਬੱਚਾ ਬੱਚੀ ਕੰਮ, ਅੱਛਾ ਉੱਥੇ ਜਿਹੜੀਆਂ ਸਪੀਚਿਸ ਦੇਖੋ ਹੈਰਾਨ ਕਰਨ ਵਾਲੀਆਂ, ਲੜਕੀਆਂ ਨੇ ਅੱਗੇ ਆ ਕੇ ਸਪੀਚਿਸ ਦਿੱਤੀਆਂ ਨੇ, ਮੁੰਡਿਆਂ ਨੇ ਦੱਸਿਆ ਕਿ ਸਾਡੀਆਂ ਭੈਣਾਂ ਨਾਲ, ਸਾਡੀਆਂ ਬੱਚੀਆਂ ਨਾਲ ਕਿਸ ਤਰ੍ਹਾਂ ਦਾ। ਸਾਰੇ ਨਹੀਂ ਵੀ ਇਹ ਜਿੰਨੇ ਵੀ ਬਿਜ਼ਨਸਮੈਨ ਕਿਤੇ ਐਵੇਂ ਨਾ ਗੁੱਸਾ ਕਰ ਲਿਓ, ਸਾਰੇ ਨਹੀਂ, ਇਹ ਉਹ ਨੇ ਜਿਨ੍ਹਾਂ ਦੀ ਉੱਥੇ ਜਿਗਰ ਹੋਈ ਹੈ ਅਤੇ ਉਹ ਸ਼ੋਸ਼ਣ ਕਿਸ ਤਰੀਕੇ ਦਾ ਸ਼ੋਸ਼ਣ ਹੁੰਦਾ। ਦੋ ਤਿੰਨ ਕੰਮ ਕਰਵਾ ਕੇ ਉਹਨਾਂ ਨੂੰ ਘਰ ਤੋਰ ਦਿੱਤਾ ਜਾਂਦਾ, ਪੈਸੇ ਨਹੀਂ ਦਿੱਤੇ ਜਾਂਦੇ। ਹਾਂਜੀ, ਔਰ ਇਹੋ ਜਿਹੇ ਪੈਸੇ ਦੀ ਮਤਲਬ ਆਪਣੇ ਬੱਚਿਆਂ ਵਾਸਤੇ ਤੁਸੀਂ ਖਜ਼ਾਨੇ ਭਰੇ ਜਾਓ ਅਤੇ ਦੂਜੇ ਦੇ ਬੱਚਿਆਂ ਕੋਲ ਕੰਮ ਕਰਵਾ ਕੇ ਉਹਨਾਂ ਨੂੰ ਪੈਸੇ ਨਾ ਦਿਓ, ਤਾਂ ਫਿਰ ਲਾਹਨਤੀ ਪੁਣਾ ਹੀ ਹੋਇਆ ਨਾ। ਕੀ ਕਰੀਏ ਫਿਰ? ਇਹ ਗੱਲ ਜਦੋਂ ਲਫ਼ਜ਼ ਵਰਤਦੇ ਹਾਂ ਫਿਰ ਸਾਡੇ ਨਾਲ ਬਿਨਾਂ ਵਜ੍ਹਾ ਦੀ ਜਿਨ੍ਹਾਂ ਨੇ ਮਾਰੇ ਹੁੰਦੇ ਨੇ ਉਹਨਾਂ ਦੀਆਂ ਦੁਸ਼ਮਣੀਆਂ ਵੱਧਦੀਆਂ ਨੇ। ਬਲਕਿ ਚਾਹੀਦਾ ਤਾਂ ਇਹ ਹੈ ਕਿ ਅਗਲੇ ਦਾ ਹੱਕ ਦਿਓ, ਜੇ ਉਹ ਗਲਤ ਕੰਮ ਕਰਦਾ ਹੈ ਅਤੇ ਉਹਨੂੰ ਕਹੋ ਵੀ ਤੇਰੇ ਨਾਲ ਸਾਡੀ ਨਹੀਂ ਨਿਭਣੀ, ਤੇਰੇ ਕੋਲ ਅਸੀਂ ਕੰਮ ਨਹੀਂ ਕਰਵਾ ਸਕਦੇ, ਤੂੰ ਕੰਮ ਸਹੀ ਨਹੀਂ ਕਰਦਾ, ਆ ਫੜ ਆਪਣਾ ਹਿਸਾਬ ਕਿਤਾਬ ਅਤੇ ਤੁਰਦਾ ਬਣ, ਠੀਕ ਹੈ ਨਾ। ਅਤੇ ਜੇ ਕੰਮ ਕਰਵਾਈ ਜਾਣਾ ਅਤੇ ਅਗਲਾ ਵੀ ਤੁਹਾਡੇ ਲਈ ਖੂਨ ਪਸੀਨਾ ਵਹਾ ਰਿਹਾ ਵਾ ਅਤੇ ਉਹਦੇ ਪੈਸੇ ਤੁਸੀਂ ਉਹਨੂੰ ਸਮੇਂ 'ਤੇ ਬਣਦੇ ਦੇਣੇ ਤੁਹਾਡਾ ਅਤੇ ਇਖਲਾਕੀ ਫਰਜ਼ ਬਣਦਾ। ਖੈਰ, ਮੁਜ਼ਾਹਰੇ ਹੋਣੇ ਸ਼ੁਰੂ ਹੋ ਗਏ ਨੇ, ਅਜੇ ਇੱਥੇ ਰੁਕਣਗੇ ਨਹੀਂ ਜੇਕਰ ਸਰਕਾਰ ਨੇ ਸਖਤੀ ਦੇ ਨਾਲ। ਮੈਨੂੰ ਲੱਗਦਾ ਕਿ ਕੁਝ ਨਾ ਕੁਝ ਜ਼ਰੂਰ ਸਰਕਾਰ, ਜਿਹੜੇ ਮੈਂਬਰ ਪਾਰਲੀਮੈਂਟ ਨੇ, MPP ਨੇ, ਸਿਟੀ ਕੌਂਸਲਰ ਨੇ, ਰੀਜਨਲ ਕੌਂਸਲ ਨੇ, ਜਾਂ ਜਿਸ ਵੀ ਅਦਾਰੇ ਦੇ ਵਿੱਚ ਮੇਰੇ ਖਿਆਲ 'ਚ ਇਹ ਪ੍ਰੋਵਿੰਸ਼ੀਅਲ ਮਸਲਾ ਹੈ, ਤਾਂ ਜਿਹੜੇ MPP ਨੇ ਉਹਨਾਂ ਨੂੰ ਜ਼ਰੂਰ ਇਹਦੇ ਵਿੱਚ ਅਗਾਂਹ ਆ ਕੇ ਅਤੇ ਕਮਿਊਨਿਟੀ ਦੇ ਇਹਨਾਂ ਨੌਜਵਾਨ ਬੱਚਿਆਂ ਦਾ ਜੇ ਸ਼ੋਸ਼ਣ ਹੋ ਰਿਹਾ ਜਾਂ ਇਹਨਾਂ ਨੂੰ ਕੰਮ ਕਰਵਾ ਕੇ ਪੈਸੇ ਨਹੀਂ ਮਿਲ ਰਹੇ, ਕਿਸੇ ਨੂੰ ਵੀ, ਇਕੱਲੇ ਸਟੂਡੈਂਟਸ ਨਹੀਂ, ਸਾਰੇ ਹੀ A to Z। ਅੱਜ ਕੱਲ੍ਹ ਵੇਖਿਆ ਜਾਵੇ ਤਾਂ ਜਿੰਨਾ ਕਿਰਾਏਦਾਰ ਤੰਗ ਕਰਦੇ ਨੇ ਮਾਲਕ ਮਕਾਨ ਨੂੰ, ਤਾਂ ਕਹਿੰਦਾ ਮੈਂ ਵੇਚ ਦੇਵਾਂ ਯਾਰ। ਇਹਨਾਂ ਦੁਖੀ ਹੋ ਜਾਂਦੇ ਨੇ ਕਿ ਮੈਨੂੰ ਤੁਸੀਂ ਹੈਰਾਨ ਹੋ ਜਾਂਦੇ, ਫਿਰ ਦੁਬਾਰਾ ਵੀ ਤੋੜ ਜਾਂਦੇ। ਦੇਖਿਆ ਸੀ, ਤੁਸੀਂ ਵੀ ਸਟੋਰੀ ਕਵਰ ਕੀਤੀ ਸੀ। ਮਤਲਬ ਚੌਧਰੀ ਬਣ ਕੇ ਬਹਿ ਜਾਂਦੇ ਨੇ, ਕਿਰਾਇਆ ਵੀ ਨਹੀਂ ਦਿੰਦੇ, ਫਿਰ ਉਹਦਾ ਨੁਕਸਾਨ ਵੀ ਕਰਦੇ ਨੇ। ਅਗਲੇ ਨੇ ਕਿਸ਼ਤਾਂ ਤਾਰਨੀਆਂ ਹੁੰਦੀਆਂ, ਬੈਂਕ 'ਚੋਂ ਇੱਕ ਕਿਸ਼ਤ ਟੁੱਟ ਜੇ ਤਾਂ ਅਗਲਾ ਬੈਂਕ ਕਰਪਟ ਹੋ ਜਾਂਦਾ। ਉਹਨਾਂ ਨੂੰ ਹੈ ਹੀ ਕੋਈ ਨਹੀਂ। ਇਹਦੇ ਵਿੱਚ ਸਰਕਾਰ ਨੂੰ ਵੀ ਤਾਂ ਚਾਹੀਦਾ ਨਾ ਵੀ, ਇੱਕ ਤਾਂ ਉਹਨੇ 3 ਮਹੀਨੇ ਕਿਰਾਇਆ ਨਹੀਂ ਦਿੱਤਾ, ਉੱਤੋਂ ਤੁਸੀਂ ਦੋ ਤਿੰਨ ਮਹੀਨੇ ਬਾਅਦ ਤਰੀਕ ਪੈ ਗਈ, ਉਹਨਾਂ 'ਚ ਫਿਰ 6 ਮਹੀਨੇ ਲੰਘ ਗਏ, 7 ਮਹੀਨੇ ਲੰਘ ਗਏ, ਅਤੇ ਉਹਨੂੰ ਮੁੜ ਕੇ ਤੁਸੀਂ ਫੇਰ ਤੁਰਦਾ ਕਰ ਦਿੰਦੇ ਹੋ। ਕੱਢਣਾ ਵੀ ਉਹਨੂੰ ਔਖਾ। ਇਹ ਤਾਂ ਫਿਰ ਸਖਤੀ ਥੋੜ੍ਹਾ ਜਿਹਾ ਤਾਂ ਚੇਂਜਿੰਗ ਕਰਨੀ ਪਊਗੀ ਸਰਕਾਰ ਨੂੰ ਕਿ ਇਹ ਜਿਹੜੇ ਕਿਰਾਏਦਾਰ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਮਸਲੇ ਨੇ ਉਹ ਕਿਵੇਂ ਸਖਤੀ ਨਾਲ ਨਜਿੱਠੇ ਜਾ ਸਕਦੇ। ਜੇ ਉਹਨਾਂ ਕੋਲ ਜੱਜਮੈਂਟ ਹੈ, ਜੱਜਮੈਂਟ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਪੈਸੇ ਨਹੀਂ ਮਿਲਦੇ, ਤਾਂ ਫਿਰ ਜੱਜਮੈਂਟ ਦਾ ਫਾਇਦਾ ਕੀ, ਫਿਰ ਕੋਰਟ ਦਾ ਫਾਇਦਾ ਕੀ? ਬਿਲਕੁਲ ਨਹੀਂ ਚਾਵਲਾ ਜੀ, ਬਿਲਕੁਲ ਇਸ ਐਂਗਲ ਤੋਂ ਜਿਹੜਾ ਜੀ ਲੱਗ ਰਿਹਾ ਕਿ ਗਵਰਨਮੈਂਟ ਥੋੜਾ ਜਿਹਾ ਹੁਣ ਅਵੇਅਰ ਹੈ। ਤੇ ਇਹ ਹੈ ਜੀ ਵੀ ਦਫ਼ਤਰਾਂ ਦੇ ਵਿੱਚ ਉਹ ਵੀ ਬੈਠੇ ਨੇ, ਜਾਂ ਹੁਣ ਅੱਜ ਕੱਲ੍ਹ ਤੇ ਕੋਵਿਡ ਕਰਕੇ ਘਰੋਂ ਘਰੀ ਬੈਠੇ ਨੇ। ਕੋਵਿਡ ਦਾ ਬਹਾਨਾ ਹਰ ਜਗ੍ਹਾ ਚੱਲਦਾ। ਕੋਵਿਡ ਨੇ ਜਿਹੜਾ ਜੀ ਵੀ ਇਹ ਗਵਰਨਮੈਂਟ ਸਰਵਿਸਿਜ਼ ਦੀ ਐਫੀਸ਼ੀਐਂਸੀ ਤੇ ਪਰਫੋਰਮੈਂਸ ਦੇ ਵਿੱਚ ਬਹੁਤ ਵੱਡਾ, ਚਲੋ ਕੋਵਿਡ ਦੇ ਕਰਕੇ ਬਹਾਨਾ ਮਿਲ ਗਿਆ। ਜੋ ਕੈਨੇਡਾ ਦੇ ਵਿੱਚ ਪਹਿਲਾਂ ਇਹ ਪਬਲਿਕ ਸਰਵਿਸ ਦੀ ਪਰਫੋਰਮੈਂਸ ਸੀਗੀ, ਉਸ ਤਰੀਕੇ ਦੀ ਨਹੀਂ ਰਹੀ ਘਰਾਂ ਦੇ ਲੋਕਾਂ ਦੀ। ਜੀ ਜੱਜਮੈਂਟ ਫਿਰ ਅਗਲੇ ਨੇ ਪੈਸੇ ਲਾ ਦਿੱਤੇ, ਜੱਜਮੈਂਟ ਹੋ ਗਈ। ਜੱਜਮੈਂਟ ਵੀ ਕਾਨੂੰਨ ਦਾ ਇੱਕ ਫੈਸਲਾ ਵੀ ਤੁਸੀਂ ਇਹਨਾਂ ਦੇ ਪੈਸੇ ਦਿਓ। ਹਾਂਜੀ, ਤੇ ਫਿਰ ਵੀ ਉਹ ਮਜ਼ਾਕ ਹੀ ਹੋ ਗਿਆ ਨਾ ਕਾਨੂੰਨ ਦਾ ਫਿਰ। ਪਰ ਨਹੀਂ, ਉਹ ਆਉਣ ਵਾਲੇ ਸਮੇਂ ਦੇ ਵਿੱਚ ਜਾਣੀ ਕਿ ਜਿਹੜੇ ਇਸ ਤਰ੍ਹਾਂ ਦੇ ਬਿਜ਼ਨੈਸਿਸ ਹੈਗੇ ਆ ਨਾ, ਅਕਸਰ ਫਿਰ ਉਹਨਾਂ ਨੂੰ ਭੱਜਣਾ ਪੈਂਦਾ, ਫਿਰ ਨਵੀਂ ਫਰਮ ਬਣਾਉਂਦੇ ਕਿਸੇ ਹੋਰ ਦੇ। ਹਾਂ, ਉਹ ਤਾਂ ਫਿਰ ਹੈ ਹੀ ਆ ਨਾ, ਜਿਵੇਂ ਪਹਿਲੇ ਨੂੰ ਬੈਂਕਰਪਟ ਕਰ ਦਿੱਤਾ ਜੀ ਚਾਵਲਾ। ਜੱਜਮੈਂਟ ਦਾ ਇਹ ਫਾਇਦਾ ਆ ਵੀ ਬਿਜ਼ਨਸ ਉਹ ਬਹੁਤੀ ਦੇਰ ਐਗਜ਼ਿਸਟ ਨਹੀਂ ਕਰ ਸਕਦਾ ਜੀ ਉਹਨੇ ਜੱਜਮੈਂਟ ਆਨਰ ਨਹੀਂ ਕਰਨੀ। ਠੀਕ, ਕਹਿੰਦੇ ਲੀਨ ਲੂਨ ਵੀ ਪਾ ਦਿੰਦੇ ਆ, ਬਹੁਤ ਕੁਝ ਹੁੰਦਾ ਜੀ। ਚਲੋ ਖੈਰ ਨਹੀਂ ਬਈ ਜੀ, ਇਹ ਬੜਾ ਇੱਕ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਐਤਵਾਰ ਨੂੰ ਹੋਇਆ ਇੱਕ ਰੈਲੀ ਬੜੀ ਵੱਡੀ ਕੱਲ੍ਹ ਹੋਈ ਹੈ, ਜਿਹਦੇ ਬਾਰੇ ਕੱਲ੍ਹ ਅਰਸ਼ਨਾ ਨੇ ਵੀ ਡਿਸਕਸ ਕੀਤੀ। ਮੈਂ ਸੁਣ ਰਿਹਾ ਸੀ, ਤੁਸੀਂ ਵੀ ਸਾਥ ਦੇ ਰਹੇ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਤਰੀਕੇ ਨਾਲ ਕਾਲਰਸ ਵੀ ਆਏ, ਔਰ ਮੰਗੜ ਸਾਹਿਬ ਵੀ ਮੈਂ ਸੁਣ ਰਿਹਾ ਸੀ, ਉਹ ਵੀ ਆਏ, ਬੱਚੇ ਵੀ ਆਏ। ਆਪਣਾ ਦੂਜੇ ਪਾਸੇ ਵੀ ਜਿਹੜੇ ਜਿਨ੍ਹਾਂ ਦੇ ਅੱਗੇ ਕੋਈ ਇਹੋ ਜਿਹਾ ਕੋਈ ਹੋਇਆ ਆ, ਉਹਨਾਂ ਨੇ ਆ ਕੇ ਆਪਣਾ ਪੱਖ ਰੱਖਣਾ ਚਾਹਵੇ। ਵੈਸੇ ਤਾਂ ਕਾਨੂੰਨੀ ਨੁਕਤੇ ਨਿਗਾਹ ਤੋਂ ਸ਼ਾਇਦ ਉਹ ਨਾ ਆਉਣਾ ਚਾਹੁਣ ਵੀ ਉਹਨਾਂ ਦਾ ਕੋਰਟ ਦੇ ਵਿੱਚ ਕੇਸ ਹੈ, ਪਰ ਜਿਹੜੇ ਇਹਨਾਂ ਨੇ ਰੈਲੀ ਕੀਤੀ, ਮੇਰੇ ਖਿਆਲ ਦੇ ਵਿੱਚ ਇਸ ਤਰ੍ਹਾਂ ਦੀ ਰੈਲੀ ਪਹਿਲਾਂ ਕਦੇ ਅਸੀਂ ਬਰੈਂਪਟਨ ਦੇ ਵਿੱਚ ਜਾਂ ਮਿਸੀਸਾਗਾ ਜਾਂ ਓਨਟਾਰੀਓ 'ਚ ਨਹੀਂ ਵੇਖੀ। ਪਰ ਇਹ ਸ਼ੁਰੂਆਤ ਜਿਹੜੀ ਹੋਈ, ਮੈਂ ਇਸ ਨੂੰ ਮਾੜੀ ਸ਼ੁਰੂਆਤ ਕਹਾਂਗਾ, ਚੰਗੀ ਸ਼ੁਰੂਆਤ ਨਹੀਂ ਹੈ। ਹਾਂਜੀ, ਓਨਟਾਰੀਓ ਦੀ ਪਾਰਲੀਮੈਂਟ ਸ਼ੁਰੂ ਹੋਣ ਲੱਗੀ ਹੈ ਜੀ, ਚੱਲਦੀ ਰਹੇਗੀ। ਬਿਲਕੁਲ ਹਾਂਜੀ। ਅੱਜ ਜੀ ਵੀ ਇਹ ਵੈਸੇ ਨਾ ਜਿਹੜਾ ਇਹ ਸੈਸ਼ਨ ਆ, ਇਹ ਸੈਪਟੈਂਬਰ ਦੇ ਵਿੱਚ ਸ਼ੁਰੂ ਹੋਣਾ ਸੀਗਾ, ਤੇ ਉਹ ਜੀ ਵੀ ਸੈਸ਼ਨ ਫਿਰ ਆਪਾਂ ਦੇਖਿਆ ਸੀਗਾ ਵੀ ਫੈਡਰਲ ਇਲੈਕਸ਼ਨ ਕਰਕੇ
ਪ੍ਰੀਮੀਅਰ ਡਗ ਫੋਰਡ ਉਹਨਾਂ ਨੇ ਜਿਹੜਾ ਜੀ ਉਹਨੂੰ ਐਕਸਟੈਂਡ ਕੀਤਾ ਸੀ ਵੀ ਅਸੀਂ ਦੇਖ ਲਈਏ ਕਿ ਇਸ ਕਿਸਮ ਦੀ ਗਵਰਨਮੈਂਟ ਜਿਹੜੀ ਅੱਗੇ ਆਉਂਦੀ ਹੈ, ਕਿਉਂਕਿ ਓਨਟਾਰੀਓ ਦੀ ਗਵਰਨਮੈਂਟ ਨੇ ਜਿਹੜਾ ਜੀ ਆਪਣੇ ਪ੍ਰੋਜੈਕਟਸ ਨੇ ਜਾਂ ਜੋ ਵੀ ਪਲਾਨਸ ਹੈਗੀਆਂ ਉਹ ਡਿਪੈਂਡ ਕਰਨਗੀਆਂ ਫੈਡਰਲ ਫੰਡਿੰਗ ਤੇ ਵੀ ਆਪਣੀ ਜਿਹੜੀ ਨਵੀਂ ਉਹਨਾਂ ਦੀ ਨੈਕਸਟ ਪਲੈਨਿੰਗ ਹੈ, ਕਿਉਂਕਿ ਇਲੈਕਸ਼ਨ ਆ ਰਹੀ ਹੈ, 8 ਮਹੀਨੇ ਰਹਿ ਗਏ ਨੇ ਜੂਨ ਦੇ ਵਿੱਚ ਇੱਥੇ ਓਨਟਾਰੀਓ ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨ ਹੈ। ਤੇ ਹੁਣ ਜਿਹੜੀ ਇਹ ਅੱਜ ਥਰੋਨ ਸਪੀਚ ਵੀ ਹੈਗੀ ਆ 42ਵੀਂ ਸਾਡੀ ਜਿਹੜੀ ਲੈਜਿਸਲੇਚਰ ਹੈ ਓਨਟਾਰੀਓ ਦੀ, ਉਹ ਕੁੱਲ ਮਿਲਾ ਕੇ ਇੱਕ ਲੱਗ ਰਿਹਾ ਜੀ ਵੀ ਜਿਸ ਤਰ੍ਹਾਂ ਇਲੈਕਸ਼ਨ ਦਾ ਹੀ ਕੋਈ ਨਾ ਕੋਈ ਜਿਹੜਾ ਏਜੰਡਾ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਲਿਆਂਦੀ ਗਈ ਹੋਵੇ। ਸੋ ਫੈਡਰਲ ਗਵਰਨਮੈਂਟ ਹੁਣ ਸਾਹਮਣੇ ਆ ਗਿਆ ਜੀ ਵੀ ਕੋਈ ਚੇਂਜ ਨਹੀਂ ਹੈਗੀ। ਇਲੈਕਸ਼ਨ ਤੋਂ ਬਾਅਦ ਆਪਾਂ ਦੇਖਿਆ ਵੀ ਜੋ ਸਟੇਟਸ ਕੋ ਹੀ ਰਿਹਾ, ਸੋ ਉਸ ਦੇ ਮੁਤਾਬਕ ਇਹ ਹੈ ਜੀ ਵੀ ਹੁਣ ਅੱਜ ਜਿਹੜਾ ਇਹ ਓਨਟਾਰੀਓ ਦੀ ਲੈਜਿਸਲੇਚਰ ਵਾਪਸ ਜ਼ਰੂਰ ਆਏ ਨੇ, ਪਰ ਅਜੇ ਕੋਵਿਡ ਦਾ ਪਰਛਾਵਾਂ ਹੈਗਾ ਕਿਤੇ ਕਿਤੇ, ਹੈ ਨਾ। ਸੋ ਜਿਹਦੇ ਕਰਕੇ ਵੀ ਉਹਨਾਂ ਚਹਿਲ ਪਹਿਲ ਜਿਹੜੀ ਆ ਉਹ ਕੁਈਨਜ਼ ਪਾਰਕ ਦੇ ਵਿੱਚ ਨਹੀਂ ਹੈਗੀ। ਪਰ ਇਸੇ ਦੌਰਾਨ ਜਿਹੜਾ ਜੀ ਵੀ ਕੁਝ ਜਿਹੜੇ ਹੈਲਥ ਵਰਕਰ ਦਾ ਬਾਹਰ ਡੈਮੋਸਟ੍ਰੇਸ਼ਨਸ ਵੀ ਉਹਨਾਂ ਨੇ ਲਿਖਿਆ ਹੋਇਆ ਵੀ ਉਹਨਾਂ ਨੂੰ ਤਨਖਾਹਾਂ ਜਾਂ ਬੈਨੀਫਿਟ ਜਿਹੜੇ ਉਹਨੇ ਨਹੀਂ ਮਿਲ ਰਹੇ ਜਿੰਨੇ ਮਿਲਣੇ ਚਾਹੀਦੇ ਆ ਕੋਵਿਡ ਦੌਰਾਨ। ਸੋ ਉਹ ਸਭ ਕੁਝ ਵੀ ਚਲੋ ਜ਼ਿੰਦਗੀ ਚੱਲਦਾ ਰਹਿੰਦਾ ਜੀ। ਸੋ ਲੇਕਿਨ ਕਿ ਇਹ ਹੈ ਜੀ ਵੀ ਹੁਣ ਕੁਈਨਜ਼ ਪਾਰਕ ਦੇ ਵਿੱਚ ਰੌਣਕ ਚਲੋ ਜਿੰਨੀ ਕੁ ਵੀ ਹੋ ਸਕਦੀ ਆ ਉਹ ਸ਼ੁਰੂ ਹੋਈ ਆ, ਤੇ ਲੱਗ ਰਿਹਾ ਵੀ ਅਗਲਾ ਜਿਹੜਾ ਹੁਣ ਇਹ ਸੈਸ਼ਨ ਚੱਲੂਗਾ ਉਹਦੇ ਵਿੱਚ ਇਹ ਹੈਲਥ ਕੇਅਰ ਤੇ ਰਹਿੰਦਾ ਹੀ ਆ ਕੋਵਿਡ ਕਰਕੇ ਹੁਣ ਚਰਚਾ ਦੇ ਵਿੱਚ ਸਦਾ। ਵੈਸੇ ਟ੍ਰੈਡੀਸ਼ਨਲੀ ਵੀ ਇੱਥੇ ਸਾਡਾ ਵੀ ਇਸ਼ੂ ਇਹ ਰਿਹਾ। ਇਹਦੇ ਨਾਲ ਫਿਰ ਐਜੂਕੇਸ਼ਨ ਦੇ ਸਿਲਸਿਲੇ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੀ ਹੁਣ ਫੰਡਿੰਗ ਐਕਸਟਰਾ ਜਿਹੜੀ ਅੱਜ ਵੀ ਉਹ ਜਟਾਉਣੀ ਪੈ ਸਕਦੀ ਆ ਕੋਵਿਡ ਕਰਕੇ ਹੀ। ਤੇ ਖਾਸ ਤੌਰ ਤੇ ਫਿਰ ਇਹ ਹੈ ਜੀ ਵੀ ਹੁਣ ਇਹ ਦੇਖਣ ਨੂੰ ਮਿਲ ਰਿਹਾ ਕਿ ਇਲੈਕਸ਼ਨ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਆ ਓਨਟਾਰੀਓ ਦੀ ਗਵਰਨਮੈਂਟ ਆ ਜੋ ਵੀ ਕੁਝ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਨਜ਼ਰ ਆਉਣਗੇ। ਅੱਛਾ, ਟੂਰਿਸਟ ਬਾਰੇ ਆਪਾਂ ਗੱਲ ਕਰ ਲਈਏ ਕਿ ਇੰਡੀਆ ਸਰਕਾਰ ਨੇ ਅਜੇ ਅਲਾਓ ਨਹੀਂ ਕੀਤੇ ਟੂਰਿਸਟ, ਪਰ ਕੈਨੇਡਾ ਦੇ ਦਰਵਾਜ਼ੇ ਖੁੱਲ੍ਹੇ ਨੇ। ਯੈਸ, ਹਾਂਜੀ, ਦੇਖੋ ਵੀ ਕੈਨੇਡਾ ਦੇ ਵਿੱਚ ਵੈਸੇ ਗਵਰਨਮੈਂਟ ਵੀ ਵਧਾਈ ਦੇ ਪਾਤਰ ਨੇ। ਓਨਟਾਰੀਓ ਖਾਸ ਤੌਰ ਤੇ ਆਪਾਂ ਜੇ ਦੇਖੀਏ ਚਾਵਲਾ ਜੀ ਵੀ ਕੀ ਦ੍ਰਿਸ਼ ਸਸਕਾਚਵਾਨ ਵਿੱਚ ਹੈ, ਕੀ ਦ੍ਰਿਸ਼ ਅਲਬਰਟਾ ਵਿੱਚ ਹੈ, ਕੀ ਦ੍ਰਿਸ਼ ਅਦਰ ਪ੍ਰੋਵਿੰਸਿਸ ਦੇ ਵਿੱਚ ਹੈ। ਸੋ ਕੰਪੈਰੇਟਿਵਲੀ ਓਨਟਾਰੀਓ ਨੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਅੱਜ ਕਹਿ ਸਕਦੇ ਹਾਂ ਵੀ ਜੇ 81% ਤੋਂ ਜ਼ਿਆਦਾ ਦੋਨੋਂ ਹੀ ਡੋਜ਼ਜ਼ ਪਾਪੂਲੇਸ਼ਨ ਨੂੰ ਲੱਗ ਚੁੱਕੀਆਂ ਨੇ ਜਿਹੜੀ ਕਿ ਐਲੀਜੀਬਲ ਹੈ 12 ਸਾਲ ਜਾਂ ਉਸ ਤੋਂ ਵੱਧ ਉਮਰ ਦੇ, ਤੇ ਉਸ ਲਿਹਾਜ਼ ਨਾਲ ਪ੍ਰੋਗਰੈਸ ਜਿਹੜੀ ਜੀ ਵੀ ਸਾਡੀ ਇਸ ਪ੍ਰੋਵਿੰਸ ਦੇ ਵਿੱਚ ਬਹੁਤ ਵਧੀਆ ਰਹੀ ਆ। ਤੇ ਉਹਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਕੇਸ ਚਲੋ 500-700 ਡੇਲੀ ਆ ਜਾਂਦੇ ਨੇ, ਪਰ ਉਹ ਯੰਗ ਜਨਰੇਸ਼ਨ ਦੇ ਵਿੱਚ ਨੇ। ਇਮਿਊਨ ਸਿਸਟਮ ਸਟਰੋਂਗ ਹੋਣ ਕਰਕੇ ਵੱਡੀ ਤਾਦਾਦ ਦੇ ਵਿੱਚ ਲੋਕ ਦੁਬਾਰਾ ਠੀਕ ਵੀ ਹੋ ਰਹੇ ਨੇ। ਗੱਲ ਇਹ ਸੀ ਵੀ ਮੌਤ ਦਾ ਤਾਂਡਵ ਰੁਕਿਆ ਹੋਇਆ ਵੈਕਸੀਨ ਕਰਕੇ ਹੈ ਜੀ। ਹੁਣ ਜਿਹੜੇ ਹਸਪੀਟਲ ਦੇ ਵਿੱਚ ਨੇ ਮੈਂ ਦੇਖ ਰਿਹਾ ਸੀ ਕੱਲ ਅੰਕੜੇ, ਹਨਾ, ਵੀ ਉਹਦੇ ਵਿੱਚ ਜਾਣੀ 90% ਤੋਂ ਵੀ ਵੱਧ ਲੋਕ ਉਹ ਆ ਜਿਹੜੇ ਅਨਵੈਕਸੀਨੇਟਡ ਸੀਗੇ। ਇਹ ਤਾਂ ਹੁਣ ਬੈਲ ਮੁਝੇ ਮਾਰ ਵਾਲੀ ਗੱਲ ਹੀ ਆ ਵੀ ਅਸੀਂ ਅੜੇ ਹੋਏ ਹਾਂ ਆਪਣੀ ਗੱਲ ਤੇ। ਗੱਲ ਚਲੋ ਵੱਖਰੀ ਹੈ, ਆਪੋ ਆਪਣਾ ਵਿਚਾਰ ਦਾ ਹਰ ਇੱਕ ਦਾ ਸਤਿਕਾਰ ਹੈ, ਪਰ ਉਹਨਾਂ ਦੇ ਨਤੀਜੇ ਸਾਹਮਣੇ ਆ ਜੀ। ਸੋ ਉਸ ਲਿਹਾਜ਼ ਨਾਲ ਜੀ ਵੀ ਗਵਰਨਮੈਂਟ ਨੂੰ ਇਹ ਲੱਗਿਆ ਵੀ ਹੁਣ ਕੈਨੇਡਾ ਨੂੰ ਜਿਹੜਾ ਜੀ ਵੀ ਖੋਲਿਆ ਜਾ ਸਕਦਾ ਫੋਰਨ ਵਿਜ਼ਿਟਰਸ ਵਾਸਤੇ, ਟੂਰਿਸਟ ਵਾਸਤੇ। ਤੇ ਆਪਾਂ ਦੇਖਿਆ ਸੀ ਵੀ 7 ਸਤੰਬਰ ਨੂੰ ਤਾਂ ਹੁਣ ਪਿਛਲੇ ਮਹੀਨੇ ਸਾਰੇ ਦੇਸ਼ਾਂ ਤੋਂ ਹੀ ਖੋਲ ਦਿੱਤਾ ਗਿਆ ਕੈਨੇਡਾ ਨੂੰ, ਤੇ ਅਮਰੀਕਾ ਵਾਸਤੇ ਤਾਂ ਅਗਸਤ ਵਿੱਚ ਹੀ ਜਿਹੜਾ ਜੀ ਓਪਨ ਕਰ ਦਿੱਤੇ ਗਏ ਸੀਗੇ ਬਾਰਡਰ। ਚਲੋ ਅਜੇ ਲੈਂਡ ਬਾਰਡਰ ਭਾਵੇਂ ਆਪਣਾ ਬੰਦ ਹੈ, ਪਰ ਬਾਈ ਏਅਰ ਜਿਹੜਾ ਟਰੈਵਲ ਆਉ ਜਾਰੀ ਆ। ਇਸੇ ਤਰ੍ਹਾਂ ਲੇਕਿਨ ਕਿ ਇੰਡੀਆ ਦੇ ਵਿੱਚ ਸਿਚੁਏਸ਼ਨ ਆਪਾਂ ਦੇਖਦੇ ਹਾਂ ਜੀ ਕਿ ਉੱਥੇ ਪਾਪੂਲੇਸ਼ਨ ਇੰਨੀ ਵੱਡੀ ਤਾਦਾਦ ਦੇ ਵਿੱਚ ਹੈ, ਹਜੇ ਮਸੀਂ ਥੋੜਾ ਜਿਹਾ ਉਭਾਰ ਹੈ ਜੀ ਕਿ ਉਹਨਾਂ ਦੀ ਉਹ ਮਾਰੂ ਵੇਵ ਜਿਹੜੀ ਆਈ ਸੀ। ਆਪਾਂ ਦੇਖਿਆ ਸੀ ਕਿ ਲਾਸ਼ਾਂ ਦਰਿਆਵਾਂ ਦੇ ਵਿੱਚ ਰੁਲਦੀਆਂ, ਹਾਂਜੀ, ਤੇ ਕੁੱਤੇ ਖਾਂਦੇ ਤੇ ਬਾਕੀ ਸਭ ਕੁਝ ਉਹ ਆਪਣੇ ਸਾਹਮਣੇ ਆਇਆ ਸੀ। ਸੋ ਉਹ ਦ੍ਰਿਸ਼ ਦੁਬਾਰਾ ਨਾ ਬਣਨ ਗਵਰਨਮੈਂਟ ਜਿਹੜੀ ਲੱਗ ਰਿਹਾ ਪਈ ਜੀ ਫੂਕ ਕੇ ਕਦਮ ਰੱਖ ਰਹੇ ਨੇ। ਵੈਕਸੀਨੇਸ਼ਨ ਪ੍ਰੋਸੈਸ ਸਾਰੇ ਪਾਸੇ ਉੱਥੇ ਚਲਾਉਣ ਦੀ ਕੋਸ਼ਿਸ਼ ਹੈ, ਤੇ ਉਹ ਮੌਤ ਦਾ ਤਾਂਡਵ ਚੱਲਣ ਤੋਂ ਬਾਅਦ ਹੀ ਗਵਰਨਮੈਂਟ ਨੂੰ ਸਮਝ ਆਈ ਵੀ ਸਾਨੂੰ ਪਹਿਲੇ ਦਿਨ ਤੋਂ ਹੀ ਵੈਕਸੀਨ ਹੋਰ ਦੇਸ਼ਾਂ ਨੂੰ ਦੇਣ ਦੀ ਬਜਾਏ ਆਪਣੇ ਦੇਸ਼ ਦੇ ਵਿੱਚ ਸਾਰੇ ਲੋਕਾਂ ਨੂੰ ਮੁਫਤ ਲਗਾਉਣੀ ਚਾਹੀਦੀ ਸੀਗੀ। ਉਦੋਂ ਵੀ ਗਵਰਨਮੈਂਟ ਦੀ ਭਾਰੀ ਆਲੋਚਨਾ ਹੋਈ ਸੀ ਜਦੋਂ ਉਹ ਵੈਕਸੀਨ ਤੇ ਵੀ GST ਲੈ ਰਹੇ ਸੀ ਤੇ ਆਕਸੀਜਨ ਤੇ ਵੀ GST ਲੈ ਰਹੇ ਸੀ। ਉਹ ਮਰ ਰਹੇ ਲੋਕਾਂ ਤੋਂ GST। ਉਸ ਤੋਂ ਬਾਅਦ ਫਿਰ ਚਲੋ ਹੰਗਾਮੀ ਮੀਟਿੰਗਾਂ ਕਰਕੇ ਉਹਨਾਂ ਨੇ ਆਪਣੇ ਡਿਸੀਜਨ ਚੇਂਜ ਵੀ ਕੀਤੇ, ਤੇ ਹੁਣ ਵੈਕਸੀਨ ਜਿਹੜੀ ਹੈ ਜੀ ਭਾਰਤ ਦੇ ਵਿੱਚ ਸਾਰਿਆਂ ਨੂੰ ਮੁਫਤ ਲਗਾਈ ਜਾ ਰਹੀ ਹੈ। ਆਪਾਂ ਹੋਪਫੁਲ ਹਾਂ ਤੇ ਅਕਤੂਬਰ ਦੇ ਐਂਡ ਤੱਕ ਕੋਈ ਬੈਟਰ ਨਿਊਜ਼ ਉੱਥੋਂ ਆਏਗੀ ਇਹ ਟੂਰਿਜ਼ਮ ਦੇ ਬਾਰੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਤੁਹਾਡੇ ਸਪੋਰਟ ਦਾ, ਤੁਹਾਡੇ ਵੱਲੋਂ ਜਿਹੜੀ ਮੋਟੀਵੇਸ਼ਨ ਸਾਨੂੰ ਮਿਲਦੀਆਂ ਨੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਚਾਵਲਾ ਜੀ ਬਹੁਤ ਮਿਹਰਬਾਨੀ, ਗੁੱਡ ਲੱਕ। ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।